भाईजान तकरीबन 35 तो 40 हज़ार रुपए की आती है। 10 को बकरियां 3.5-4 लाख रुपए दियां फिर टुर के सूइयां लभ जांदियां ने। 4 लाख के नाल काम शुरू हो जाएगा। अगर उन्हों का एक एक लेला जिहड़ा बई तो तुसीं सही तोड़ सिरे चाढ़ो, वो 4 लाख रुपया जिहड़ा ना 10 लेले तुहाडे अल्लाह की मेहरबानी साल दे विच पूरे कर छड़न दे। उस बाद अग्गू बकरियां सूह के दो जा फिर नाल होण दे। अस्सलाम वालेकुम। वालेकुम सलाम। रज़वान साहब की हाल है जी? अल्लाह पाक दा शुक्र, तुसीं सुनाओ। अल्लाह दा शुक्र। की गल है अज बड़ा सफर कीता जे, बड़ी दूर माल नूं लैके आए हो? गल है वे 12वां महीना में तुहानूं पता वे कि बाहर जेड़ा वे बड़ा चोगे की कमी है। टाणियां असीं पाने आ किकर शिकर बेरी शेरी इस वास्ते कि मूतरन घट सियाल दे विच ठंड इन्हां बड़ी ज़्यादा लग जाती है। अगर सुक्का राशन खाण दी तां ठंड घट लगे दी, इस वास्ते सफर करीदा जे। ठीक है जी। काफी दोस्तां ने तुहाडे नाल फोन ते राबते कीते ने जी। ਉਹ ਕਿਹੜੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਤੁਸੀਂ? ਉਹ ਜਿਹੜੇ ਸਵਾਲ ਪੁੱਛਦੇ ਨੇ ਤੁਹਾਡੇ ਕੋਲੋਂ ਜੀ ਜ਼ਿਆਦਾ ਦੋਸਤ ਉਹਦਾ ਜਵਾਬ ਦੇ ਦਿਓ। ਉਹ ਭਾਈਜਾਨ ਗੱਲ ਇਹ ਵੇ ਕਿ ਉਹ ਸਾਡੇ ਕੋਲ ਪੁੱਛਦੇ ਨੇ, ਕਹਿੰਦੇ ਜੀ ਅਸੀਂ ਮੰਡੀ ਦੇ ਵਿੱਚੋਂ ਬੱਕਰੀਆਂ ਖਰੀਦੀਆਂ ਨੇ 20,000 ਰੁਪਏ ਦੀ ਆਂਦੀ ਹੈ, 22,000 ਦੀ ਆਂਦੀ ਹੈ। ब्रीडर उन्होंने आंदे आ वे बकरियां ने को सूंदियां ने सूह के दुध नहीं देंदियां। वो लोग बड़े परेशान ने। दुध शुरू तो ही उन्होंने शुरू कोई नहीं होंदा है तो सानू फिर पे फोन करते हैं। असी उन्होंने नव्या बंदियां नूं यह मशवरा देने इस टाइम 40-50 हज़ार की बकरी लभे खरीदो, लेकिन जिदे मगर जोड़ा होवे, थण बहाना चंगा वधिया होवे, दुध 2-2.5-3 किलो होवे, दिसदा होवे, वो नवे बंदे खरीदण तां कि इन्हां दा ना लगण। ਜਿਹੜੇ ਪੁਰਾਣੇ ਬੰਦੇ ਨੇ ਉਹ ਭਾਵੇਂ ਪਛੜਾ ਲਿਆਣ ਭਾਵੇਂ ਜੈਂਦੀਆਂ ਲਿਆਣ, ਉਹਨਾਂ ਨੂੰ ਸਮਝ ਆਉਂਦੀ ਹੈ ਕਿ ਬੱਕਰੀ ਕਿਸ ਰੰਗ ਵਿੱਚ ਹੈ, ਦੁੱਧ ਦੇ ਦੀ ਜਾਂ ਨਹੀਂ ਦੇਣ ਲੱਗੀ। ਇਹ ਬੜੇ ਬੰਦਿਆਂ ਦਾ ਸਾਨੂੰ ਫੋਨ ਇਸੇ ਵਜ੍ਹਾ ਤੋਂ ਆ ਰਿਹਾ ਜੀ, ਸਿਆਲ ਹੈ ਉਂਝ ਵੀ ਦੁੱਧ ਸ਼ੁੱਧ ਘੱਟ ਲਾਂਦੀਆਂ ਨੇ ਤੇ ਜਿਹਦੀ ਵਜ੍ਹਾ ਨਾਲ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ। ਤੇ ਸਾਡਾ ਉਹਨਾਂ ਬਲਾਦਰਾਨਾ ਇਹ ਮਸ਼ਵਰਾ ਵੇ ਕਿ ਬੱਕਰੀਆਂ ਸੂਈਆਂ ਲੈ ਕੇ ਆਣ, ਜਿਨ੍ਹਾਂ ਦੇ ਮਗਰ ਜਾ ਹੋਣ, ਥਣ ਵਾਨਾ ਸੋਹਣਾ ਦੁੱਧ ਦੇ ਨਾਲ ਆਕੜੇ ਹੋਣ ਥਣ, ਤੇ ਉਹ ਲਿਆ ਕੇ ਬੱਕਰੀਆਂ ਦੇ ਨਾਲ ਕੰਮ ਕਰਨ। ਠੀਕ ਹੈ ਜੀ। ਕੰਮ ਤੇ ਕੋਈ ਵੀ ਹੈ ਜੀ, ਉਹਦੇ ਚ 2 ਨੰਬਰੀ ਦੇ ਚਾਂਸ ਹੁੰਦੇ ਨੇ। ਜੀ ਬਿਲਕੁਲ ਹੁੰਦੇ ਨੇ। ਨਵਾਂ ਬੰਦਾ ਹੈ ਉਹ ਜ਼ਿਆਦਾਤਰ ਧੋਖਾ ਹੀ ਖਾਂਦਾ ਹੈ। ਜੇ ਉਹ ਮੰਡੀਆਂ ਦੇ ਵਿੱਚ ਜਾਂਦੇ ਜੇ, ਮੰਡੀਆਂ ਦੇ ਵਿੱਚ ਜਾਂਦੇ ਨੇ, ਮੰਡੀਆਂ ਦੇ ਵਿੱਚ ਜਿੰਨਾ ਵੀ ਸਾਰਾ ਕਸਾਇਆ ਮਾਲ ਹੈ, ਕਸਾਈ ਵੀ ਹੁਣ ਵਿਚਾਰੇ ਪਰੇਸ਼ਾਨ ਨੇ ਕਿ ਜਿਹੜਾ ਸਾਡਾ ਮਾਲ ਆਇਆ ਹੁੰਦਾ ਲੋਕ ਸ਼ੌਕ ਵਾਲੇ ਲੈ ਜਾਂਦੇ ਨੇ ਤੇ ਉਹ ਬਾਦੂ ਸਾਲ 2 ਸਾਲ ਰੱਖ ਕੇ 6 ਮਹੀਨੇ ਰੱਖ ਕੇ ਫਿਰ ਮੰਡੀ ਉਹਨਾਂ ਨੂੰ ਉਸ ਮਾਲ ਨੂੰ ਵਾਪਸ ਲੈ ਕੇ ਆਉਂਦੇ ਨੇ ਤੇ ਉਹ ਨਾਕਾਮੀ ਹਾਸਲ ਕਰਦੇ ਨੇ ਤੇ ਔਰ ਫਿਰ ਇਹ ਕਹਿੰਦੇ ਨੇ ਇਹਦੇ ਕੰਮ ਨੂੰ ਉਂਝ ਛੱਡ ਦੇ, ਕੋਈ ਫਾਇਦਾ ਨਹੀਂ ਹੈ। ਫਾਇਦਾ ਤੇ ਉਹਨਾਂ ਆਪ ਨਹੀਂ ਲਿਆ ਜਿੰਨਾ ਕੰਮ ਹੀ ਮਾੜਾ ਭੈੜਾ ਕੀਤਾ ਸੀ। ਤੇ ਰਜ਼ਵਾਨ ਸਾਹਿਬ ਜਿਹੜੀ ਫਿਰ ਦੁੱਧ ਵਾਲੀ ਬੱਕਰੀ ਦੋਸਤਾਂ ਨੇ ਖਰੀਦਣੀ ਹੈ ਜੀ, ਤੇ ਉਹ ਮੰਡੀ ਚੋਂ ਖਰੀਦਣ ਜਾਂ ਕਿ ਜਿਹੜੇ ਦੋਸਤਾਂ ਨੇ ਇਹ ਫਾਰਮ ਬਣਾਏ ਨੇ ਜਾਂ ਤੁਸੀਂ ਉਹ ਘਰ 'ਚ ਤੁਹਾਂ ਰੱਖੀਆਂ ਨੇ ਜੀ, ਜਿਹੜੇ ਆਜੜੀ ਨੇ ਉਹਨਾਂ ਕੋਲੋਂ ਖਰੀਦਣ ਤੇ ਜਦੋਂ ਦੁੱਧ ਦੇਣ ਵਾਲੀ ਬੱਕਰੀ ਖਰੀਦਣੀ ਹੈ ਜੀ, ਫਿਰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ? ਬੱਕਰੀ ਦੀ ਕਿਹੜੀ ਕਿਹੜੀ ਚੀਜ਼ ਵੇਖ ਕੇ ਤੇ ਬੱਕਰੀ ਲੈਣੀ ਹੈ? ਵੇਖੋ ਭਾਈਜਾਨ ਸਾਡਾ ਮਸ਼ਵਰਾ ਹੈ ਵੇ ਕਿ ਅਜੜ ਦੇ ਵਿੱਚ ਜਾਣ, ਆਜੜੀ ਜਿਹੜਾ ਬੱਕਰੀ ਆਖੇ ਵੀ ਅਸਾਂ ਵੇਚਣੀ ਹੈ ਉਹਦੇ ਉੱਤੇ ਹੱਥ ਨਾ ਰਹੇ। ਜਿਹੜੀ ਉਹਨੂੰ ਆਪ ਪਸੰਦ ਆਉਂਦੀ ਹੈ, ਜਿਹੜੀ ਸੋਹਣੇ ਥਣ ਵੱਦਰ ਹੋਵੇ, ਭਾਵੇਂ 5,000 ਰੁਪਈਆ ਜਾਂ 2-4 ਹਜ਼ਾਰ 10,000 ਵੀ ਮਹਿੰਗੀ ਹੋਵੇ, ਉਹ ਬੱਕਰੀ ਲੈ ਕੇ ਆਓ ਤੇ ਸੂਈ ਲੈ ਕੇ ਆਵੋ ਤਾਂ ਕਿ 5-10 ਬੱਕਰੀਆਂ ਸਟਾਰਟਿੰਗ ਤੋਂ ਤੁਸੀਂ ਸ਼ੁਰੂ ਕਰੋ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਅਗਰ ਤੁਸੀਂ ਡਿਫਾਲਟਰ ਮਾਰ ਲਿਆ ਉਹਦੇ ਤੁਹਾਨੂੰ ਨੁਕਸਾਨ ਹੋਏਗਾ। ਠੀਕ ਹੈ ਜੀ। ਯਾਨੀ ਤੁਹਾਡਾ ਤਜਰਬਾ ਇਹ ਕਹਿੰਦਾ ਕਿ ਜਿਹੜੀ ਬੱਕਰੀ ਲੈਣੀ ਹੈ ਦੁੱਧ ਦੇਣ ਵਾਲੀ ਲਵੋ, ਨਾ ਗੱਬਨ ਲਵੋ ਜੀ, ਤੇ ਨਾ ਛੋਟੀ ਲਵੋ। ਨਾ ਛੋਟੀ ਲਵੋ, ਦੂਜੇ ਸੂਏ ਜਾਂ ਪਹਿਲੇ ਸੂਏ ਜਾਂ ਤੀਸਰੇ ਸੂਏ ਤੱਕ ਤੁਸੀਂ ਲੈ ਸਕਦੇ ਹੋ। ਬੱਕਰੀ ਦਾ ਥੱਲੇ ਸੋਹਣਾ ਥਣਵਾ ਨਾ ਹੋਵੇ, ਜਿਹਨੂੰ ਵਾਹੋ ਕੋਈ ਆਖੇ ਸ਼ੈ ਰੰਗ ਨਾ ਵੇਖੋ ਯਾਰ ਕਿਹੜਾ ਰੰਗ ਹੈ, ਚੀਜ਼ ਵੇਖੋ, ਨਸਲੀ ਵੇਖੋ, ਦੁੱਧ ਵਾਲੀ ਵੇਖੋ ਤੇ ਬਰੀਡਰ ਤੁਸੀਂ ਰੰਗ ਬਾਦ ਲਿਆਓ ਤੇ ਇਨਸ਼ਾਅੱਲਾ ਤਾਲਾ ਰੰਗ ਬਾਦ ਬੱਚੇ ਨਿਕਲਣ ਦੇ ਔਰ ਦੁੱਧ ਵਾਲੀਆਂ ਪੱਠਾ ਨਿਕਲਣ ਦੀਆਂ। ਠੀਕ ਹੈ ਜੀ। ਜਿਹੜੀ ਦੁੱਧ ਵਾਲੀ ਬੱਕਰੀ ਹੈ ਦੂਸਰੇ ਸੂਵੇ ਜੀ, ਉਹਦਾ ਜਿਹੜਾ ਨਾਰਮਲ ਰੇਟ ਹੈ ਜੀ ਉਹ ਕਿੰਨਾ ਕੁ ਚੱਲਦਾ ਪਿਆ? 10 ਬੱਕਰੀਆਂ ਕਿੰਨੇ ਕੁ ਦੀਆਂ ਆਈ ਜਾਂਦੀਆਂ? ਉਹ ਭਾਈਜਾਨ ਤਕਰੀਬਨ 35 ਤੋਂ 40 ਹਜ਼ਾਰ ਰੁਪਏ ਦੀ ਆਉਂਦੀ ਹੈ। 10 ਕੁ ਬੱਕਰੀਆਂ 3.5-4 ਲੱਖ ਰੁਪਏ ਦੀਆਂ ਫਿਰ ਟੁਰ ਕੇ ਸੂਈਆਂ ਲੱਭ ਜਾਂਦੀਆਂ ਨੇ। 4 ਲੱਖ ਦੇ ਨਾਲ ਕੰਮ ਸ਼ੁਰੂ ਹੋ ਜਾਏਗਾ। ਅਗਰ ਉਹਨਾਂ ਦਾ ਇੱਕ ਇੱਕ ਲੇਲਾ ਜਿਹੜਾ ਬਈ ਤਾਂ ਤੁਸੀਂ ਸਹੀ ਤੋੜ ਸਿਰੇ ਚਾੜੋ, ਉਹ 4 ਲੱਖ ਰੁਪਈਆ ਜਿਹੜਾ ਨਾ 10 ਲੇਲੇ ਤੁਹਾਡੇ ਅੱਲਾ ਦੀ ਮਿਹਰਬਾਨੀ ਸਾਲ ਦੇ ਵਿੱਚ ਪੂਰੇ ਕਰ ਛੜਨ ਦੇ। ਉਸ ਤੋਂ ਬਾਅਦ ਅੱਗੂ ਬੱਕਰੀਆਂ ਸੂਹ ਕੇ 2 ਜਾ ਫਿਰ ਨਾਲ ਹੋਣ ਦੇ ਇਨਸ਼ਾਅੱਲਾ। ਜੀ। ਵੰਡ ਤੇ ਤੁਸੀਂ ਬੜੀ ਸੋਹਣੀ ਕੱਢੀ ਹੈ ਜੀ ਕਿ ਨਹੀਂ, ਬੜੀਆਂ ਵੀਡੀਓ ਬਣਾਈਆਂ ਨੇ ਤੁਹਾਡੇ ਜ਼ਿਲ੍ਹੇ ਗੁਜਰਾਤ 'ਚ। ਜੀ ਜੀ। ਜਿਹੜੀ ਨਸਲ ਤੁਹਾਡੇ ਕੋਲੇ ਜੀ, ਜਿਹੜੇ ਦੋਸਤ ਨੂੰ ਰੇਟ ਹੀ ਬੜਾ ਮੰਗਦੇ ਨੇ, ਛੋਟੇ ਬੱਚੇ ਦਾ 12,000 15,000 ਜੀ ਜੀ 20,000 ਤੱਕ ਮੰਗਦੇ ਨੇ। ਜੀ ਜੀ। ਦੁੱਧ ਵਾਲੀ ਬੱਕਰੀ 35-40 ਹਜ਼ਾਰ ਦੀ ਲੱਭ ਜੇਗੀ? ਜੀ ਲੱਭ ਜੇ ਜੀ। ਉਹਨਾਂ ਦੇ ਨਾਲ ਬੜੇ ਤਰੀਕੇ ਦੇ ਨਾਲ ਗੱਲ ਕੀਤੀ ਜਾਏ, ਪੈਸੇ ਉਹਨਾਂ ਨੂੰ ਵਹਾਏ ਜਾਣ। ਕਈ ਬੰਦੇ ਇੰਜ ਹੀ ਰਾਹ ਜਾਂਦੇ ਕਹਿੰਦੇ ਜੀ ਦਈਏ 20,000 ਦਈਏ 50,000
ਤੇ ਸ਼ਾਇਦ ਨਾ ਉਹਨਾਂ ਨੂੰ ਦਿੰਦੇ ਨੇ ਨਾ ਬਹਿ ਕੇ ਰੇਟ ਗੱਲ ਕਰਦੇ ਨੇ। ਇਸ ਤਰ੍ਹਾਂ ਫਿਰ ਆਜੜੀ ਜਿਹੜੇ ਉਹਨਾਂ ਨੂੰ ਜ਼ਿਆਦਾ ਰੇਟ ਦੱਸਦੇ ਨੇ ਕਿ ਉਹ ਕਹਿੰਦੇ ਨੇ ਚੇਦਾ ਹੀ ਲੈਣ ਆਏ ਨੇ। ਠੀਕ ਹੈ ਜੀ। ਤੇ ਹੋਰ ਕੀ ਤਰੀਕਾ ਹੁੰਦਾ ਹੈ ਜਿਹੜੀ ਸਸਤੀ ਚੀਜ਼ ਲੈਣੀ ਹੈ ਜਿਹੜੀ ਕਰਦੇ ਨੇ ਆਪਸ ਚ ਬਾਰਗੇਨ ਕਰਦੇ ਨੇ? ਜੀ ਥੋੜਾ ਦੱਸੋ ਹਾਂ, ਕੋਈ ਟਿਪਸ ਦਵੋ ਨਾ। ਜੀ ਕਿਉਂਕਿ ਅਗਰ ਇੱਕ ਦੋਸਤ ਹੈ ਉਹ ਬੱਕਰੀ ਲੈਣਾ ਚਾਹੁੰਦਾ ਹੈ, ਜੀ ਅਗਲਾ ਜਿਹੜਾ ਜਿਹਨੇ ਸੇਲ ਕਰਨੀ ਹੈ ਉਹ ਉਹਦੇ ਕੋਲ 70-80 ਹਜ਼ਾਰ ਮੰਗ ਲੈਂਦਾ ਹੈ, ਜੀ ਠੀਕ ਹੈ ਨਾ, ਉਹਨੇ ਦੀ ਹੁੰਦੀ ਨਹੀਂ। ਜੀ ਫਿਰ ਕਿੰਜ ਕੀਮਤ ਕਿੰਜ ਕੰਮ ਕਰਾਂਦੇ ਨੇ? ਉਹ ਕੀਮਤ ਰੁਪਈਆ ਉਹਨਾਂ ਨੂੰ 30-35 ਹਜ਼ਾਰ ਰੱਖੋ, ਕਈ ਦਾ 2000 ਹੋਰ ਲੈ ਲੈ 3000 ਉਹ ਕਰਦਿਆਂ ਕਰਾਂਦੇ 40-45 ਤੱਕ ਬੱਕਰੀ ਪੈਸੇ ਉਹਦੇ ਅੱਗੇ ਸੱਟੋ ਤਾਂ ਕਿ ਉਹ ਬੰਦਾ ਪੈਸੇ ਵੇਖ ਕੇ ਤੇ ਜਲਦੀ ਤੁਹਾਨੂੰ ਚੀਜ਼ ਦੇ ਛੜੇਦਾ। ਠੀਕ ਹੈ ਜੀ ਠੀਕ ਹੈ ਸਰ, ਬੜੀ ਸੋਹਣੀ ਤੁਸੀਂ ਵੰਡ ਕੱਢੀ ਹੈ। ਜੀ ਤੇ 10 ਬੱਕਰੀਆਂ ਦਾ ਤੁਸੀਂ ਦੱਸਿਆ ਨਾ? ਜੀ 10 ਬੱਕਰੀਆਂ ਅਗਰ ਤੁਸੀਂ 4 ਲੱਖ ਦੀਆਂ ਜਾਂ 4.5 ਲੱਖ ਦੀਆਂ ਖਰੀਦਦੇ ਹੋ, ਉਹਨਾਂ ਦੇ ਜਿਹੜੇ ਬੱਕਰੇ ਹੋਣ ਦੇ 1 ਸਾਲ ਉਹਨਾਂ ਦੀ ਸਹੀ ਦੁੱਧ ਉਹਨਾਂ ਨੂੰ ਪਿਆਓ, ਉਹਨਾਂ ਨੂੰ ਚੰਗੀ ਉਹਨਾਂ ਦੀ ਸੇਵਾ ਕਰੋ, ਠੀਕ ਹੈ। ਉਸ ਬਾਅਦ ਲੂਣ ਮਿਰਚ ਇਹਨਾਂ ਨੂੰ ਦਿੰਦੇ ਰਹੋ, 2 ਟਾਈਮ ਇਹਨਾਂ ਦਾ ਚੰਗਾ ਪੇਟ ਭਰਾਓ ਤੇ ਇਨਸ਼ਾਅੱਲਾ ਤਾਲਾ 1 ਸਾਲ ਦੇ ਵਿੱਚ ਜਿਹੜੇ ਪੈਸੇ ਲਾਏ ਹੋਣ ਦੇ ਪੱਠ ਵੀ ਅੱਗੂ ਤੁਹਾਨੂੰ ਬਚ ਜੇ ਜਿਹੜੀ ਤੁਸੀਂ ਬੱਕਰੀ ਖਰੀਦੀ ਹੋਵੇ ਦੀ, ਅੱਗੂ ਫੇਰ ਸੂ ਵੀ ਪਈ ਹੋਵੇ ਦੀ, ਤੇ ਜਿਹੜੇ ਲੇਲੇ ਤੁਹਾਡੇ 8-10 ਤਿਆਰ ਹੋਣ ਦੇ ਤੁਹਾਡੀ ਸਾਰੀ ਕੀਮਤ ਪੂਰੀ ਕਰ ਜਾਣ ਦੇ 1 ਸਾਲ ਦੇ ਅੰਦਰ ਤੁਸੀਂ ਕਾਮਯਾਬੀ ਹਾਸਲ ਕਰੋ। ਅਗਰ ਤੁਸੀਂ ਮੰਡੀਆਂ ਦੇ ਵਿੱਚ ਜਾਓ ਤੇ ਫਿਰ ਮੈਨੂੰ ਉਹ ਗੱਲ ਦਰਾਣੀ ਪਈ ਹੈ ਕਿ ਲੋਕ ਜਿਹੜੇ ਨੇ ਨੁਕਸਾਨ ਕਰਦੇ ਉੱਥੇ ਡਿਫਾਲਟਰ ਮਾਲ ਆਇਆ ਹੁੰਦਾ ਵੇ, ਕਸਾਈਆਂ ਦਾ ਮਾਲ ਆਇਆ ਹੁੰਦਾ, ਉਹ ਸ਼ੌਕ ਵਾਲਾ ਮਾਲ ਨਹੀਂ ਹੁੰਦਾ। ਲੋਕ ਕਾਫੀ ਜ਼ਿਆਦਾ ਫਸ ਜਾਂਦੇ ਨੇ ਮੰਡੀਆਂ ਵਿੱਚ ਜਾ ਕੇ। ਵੇਖਣ ਵਾਲਿਆਂ ਵਾਸਤੇ ਹੋਰ ਕੋਈ ਪੈਗਾਮ, ਕੋਈ ਮੈਸੇਜ? ਕੋਈ ਵੀ ਬੰਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਵੇ, ਸਾਡਾ ਨੰਬਰ ਅੱਗੇ ਲਿਖਣਾ ਮੈਂ ਉਹ ਤੁਹਾਨੂੰ ਲਿਖਾ ਦਿੰਦੇ ਆ, ਸਕਰੀਨ ਤੇ ਚਲਾ ਦਾਂ। ਜਾ ਜਾ ਦਫਾ ਬੋਲ ਵੀ ਦਵੋ। ਮੇਰਾ ਨੰਬਰ ਜੇ 0344 27 53 825। ਇੱਕ ਨੰਬਰ ਹੈ ਜ਼ੋਂਗ ਦਾ 0315 88 66 559। ਜ਼ੋਂਗ ਦਾ ਨੰਬਰ ਹੈ। ਚਲੋ ਇਹ ਸਹੂਲਤ ਹੋ ਜੀ, ਜਿਨ੍ਹਾਂ ਦੋਸਤਾਂ ਦੇ ਕੋਲ ਜ਼ੋਂਗ ਦਾ ਵੇ ਜ਼ੋਂਗ ਤੋਂ ਕਰ ਲੈਣ, ਜਿਨ੍ਹਾਂ ਦਾ ਟੈਲੀਨਾਰ ਉਹ ਟੈਲੀਨਾਰ ਤੋਂ ਕਰ ਲੈਣ। ਮੇਰਾ ਸਵਾਲ ਹੈ, ਇੱਕ ਮੇਰੇ ਭਾਈ ਨੇ ਜ਼ਾਲ ਕਸ਼ਮੀਰ ਦੇ, ਉਹ ਕਹਿੰਦੇ ਨੇ ਕਿ ਮੇਰੀ ਬੱਕਰੀ ਨੇ 4 ਬੱਚੇ ਦਿੱਤੇ ਨੇ ਜੀ, ਲੇਕਿਨ ਬੱਕਰੀ ਜਿਹੜੀ ਉੱਠਦੀ ਨਹੀਂ, ਨਾ ਕੁਝ ਖਾਂਦੀ ਪੀਂਦੀ, ਉਹਦਾ ਕੋਈ ਦੱਸ ਦਿਓ ਇਲਾਜ। ਵੇਖੋ ਭਾਈਜਾਨ, ਜਿਸ ਵੇਲੇ ਜਾਨਵਰ ਸੂਣ ਵਾਲਾ ਹੁੰਦਾ ਵੇ ਇਹਦੀ ਸੇਵਾ ਕੀਤੀ ਜਾਏ, ਇਹਦੇ ਅੰਦਰ ਤਾਕਤ ਜਮ੍ਹਾਂ ਕੀਤੀ ਜਾਏ, ਇਹਨੂੰ ਦਾਣੇ ਛਾਣੇ, ਉਸ ਤੋਂ ਬਾਅਦ ਤੇਲ ਜਾਂ ਘਿਓ ਦਿੱਤਾ ਜਾਏ ਸਰਦੀਆਂ ਦੇ ਵਿੱਚ, ਮਿੱਠਾ ਤੇਲ ਸਰਦੀਆਂ ਦੇ ਵਿੱਚ ਦਿੱਤਾ ਜਾਏ, ਉਸ ਤੋਂ ਬਾਅਦ ਡਾਲਡਾ ਘਿਓ ਦੇ ਲਓ। ਜੇ ਤੁਹਾਡੇ ਕੋਲ ਜ਼ਿਆਦਾ ਤਾਕਤ ਹੈ ਤੁਸੀਂ ਫਿਰ ਦੇਸੀ ਘਿਓ ਵੀ ਦੇ ਸਕਦੇ ਹੋ, ਠੀਕ ਹੈ। ਇਹਦੀ ਸੇਵਾ ਕੀਤੀ ਜਾਏ। ਜਿਹੜੇ ਤੁਸੀਂ ਪੈਸੇ ਲਾਉਂਦੇ ਨਾ 1000-2000, ਕਈਆਂ ਲੋਕਾਂ ਨੂੰ ਇਹ ਹੁੰਦਾ ਵੇ ਕਿ ਬੱਕਰੀ ਮੈਂ ਰਹੀਏ ਇਹ ਤੇ ਪੈਸੇ ਲਵਾ ਰਹੀ ਹੈ, ਤੇ ਇਹ ਬੜੇ ਘਾਟੇ ਵਾਲਾ ਕੰਮ ਹੈ। ਲੇਕਿਨ ਉਸ ਬੰਦੇ ਨੂੰ ਪਤਾ ਨਹੀਂ, ਅਗਰ 2000 ਰੁਪਈਆ ਲਾਂਦਾ ਬੱਕਰੀ ਉਹ ਵੇਚਦਾ ਵੇ, ਉਹਦਾ 10000 ਰੁਪਈਆ ਵਧਾਏ ਦੀ। ਬੇਸ਼ੱਕ ਕੋਈ ਨਾ ਕੋਈ ਬੰਦਾ ਆਪਣਾ ਤਜਰਬਾ ਕਰਕੇ ਵੇਖ ਲੇ, ਅਗਰ ਕਿਸੇ ਬੰਦੇ ਨੇ ਇਸ ਗੱਲ ਤੋਂ ਘਾਟਾ ਪਿਆ ਤੇ ਮੈਂ ਜ਼ਿੰਮੇਦਾਰ ਹਾਂ। ਕਿਸੇ ਜਾਨਵਰ ਨੂੰ ਖਵਾਇਆ ਕਦੀ ਜ਼ਾਇਆ ਨਹੀਂ ਜਾਂਦਾ। ਠੀਕ ਹੈ ਰਜ਼ਵਾਨ ਸਾਹਿਬ, ਬਹੁਤ ਸ਼ੁਕਰੀਆ ਜੀ, ਤੁਸੀਂ ਇੱਕ ਦਫਾ ਫੇਰ ਅੱਛੀ ਗੁਫ਼ਤਗੂ ਕੀਤੀ ਹੈ। ਅੱਲਾਹ ਹਾਫਿਜ਼ ਜੀ, ਅੱਲਾਹ ਹਾਫਿਜ਼।